ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20 ਅਪ੍ਰੈਲ ਨੂੰ 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਹੁਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਹੁਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ
ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ, ਹੁਣ ਤੋਂ ਹੀ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਕੀਰਤਨ ਦਰਬਾਰ ਰੱਜ ਰੱਜ ਕੇ ਆਪਾਂ ਕਰਾਉਣੇ ਨੇ। ਨਗਰ ਕੀਰਤਨ ਵੀ ਵੱਡੇ ਤੋਂ ਵੱਡੇ ਪੱਧਰ ਤੇ ਕੱਢ ਸਕੀਏ, ਕੱਢਣੇ ਨੇ। ਅਖੰਡ ਪਾਠ ਸਾਹਿਬ ਵੀ ਕਰਾਉਣੇ ਨੇ, ਸਹਿਜ ਪਾਠ ਵੀ ਕਰਨੇ ਨੇ, ਅੰਮ੍ਰਿਤ ਸੰਚਾਰ ਵੀ ਕਰਾਉਣਾ ਹੈ। ਖਾਲਸੇ ਦਾ ਸਾਜਨਾ ਦਿਵਸ ਧੂਮ ਧਾਮ ਨਾਲ ਮਨਾਉਣਾ, ਜਿੰਨਾ ਅਸੀਂ ਮਨਾ ਸਕਦੇ ਮਨਾਈਏ। ਪਰ ਅਸਲੀਅਤ ਦੇ ਵਿੱਚ ਖਾਲਸਾ ਪੰਥ ਦਾ ਸਾਜਨਾ ਦਿਵਸ ਆਵਾਜ਼ ਕੀ ਦੇ ਰਿਹਾ, ਉਸ ਚੀਜ਼ ਨੂੰ ਵੀ ਸਮਝੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਬਣ ਜਾ ਪਿਓਰ, ਖਾਲਸ ਬਣ ਜਾ ਖਾਲਸ। ਤੇਰੇ ਅੰਦਰ ਵਲ ਛਲ ਨਾ ਹੋਣ, ਬਣਾ ਖਾਲਸੇ ਦਾ ਸਾਜਨਾ ਦਿਵਸ। ਪਤਾ ਲੱਗੇ ਮੈਂ ਖਾਲਸੇ ਦਾ ਸਾਜਨਾ ਦਿਵਸ ਮਨਾਇਆ, ਪਿਛਲੇ ਸਾਲ ਮੇਰੇ ਅੰਦਰ ਆਹ ਖੋਟ ਸੀ, ਗੁਰੂ ਕਲਗੀਧਰ ਨੇ ਕਿਰਪਾ ਕੀਤੀ, ਇਸ ਸਾਲ ਆ ਮੇਰੀ ਖੋਟ ਨਿਕਲ ਗਈ ਹੈ। ਮੇਰਾ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਗਿਆ। ਤੇ ਇਹੋ ਜਿਹਾ ਖਾਲਸੇ ਦਾ ਸਾਜਨਾ ਦਿਵਸ ਰੋਜ਼ ਰੋਜ਼ ਮਨਾਓ, ਰੋਜ਼ ਰੋਜ਼। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਖਾਲਸੇ ਦਾ ਦਿਨ ਮਨਾ ਰਹੇ ਹਨ ਨਾ, ਇੱਕ ਵੱਡਾ ਗੁਣ ਖਾਲਸੇ ਦਾ ਆਪਣੇ ਅੰਦਰ ਲੈ ਕੇ ਜਾਇਓ ਅੱਜ। ਵੇਖਿਓ ਫਿਰ ਐ ਮੁੱਠਾਂ ਖੁੱਲਣੀਆਂ ਗੁਰਦੇਵ ਦੀਆਂ। ਐ ਖਾਲਸੇ ਦਾ ਵੱਡਾ ਗੁਣ ਪਤਾ ਕੀ ਹੈ? ਖਾਲਸਾ ਕਦੀ ਵੀ ਪਿਆਰਿਓ ਕਿਸੇ ਦਾ ਹੱਕ ਨਹੀਂ ਮਾਰਦਾ। ਆ ਵੱਡਾ ਗੁਣ ਲੈ ਜਾਓ ਅੱਜ। ਗੁਣ ਤੇ ਬਹੁਤ ਨੇ, ਸਾਰੇ ਗੁਣ। ਇਹ ਵੀ ਗੱਲ ਸੱਚੀ ਹੈ, ਇੱਕੋ ਵਾਰੀ ਅਸੀਂ ਨਹੀਂ ਮੰਨ ਸਕਦੇ। ਅਸੀਂ ਕਹੀਏ ਸਾਰੀ ਬਾਣੀ ਗੁਰੂ ਪਿਤਾ ਦੀ ਇੱਕੋ ਵਾਰੀ ਮੰਨ ਲਈਏ, ਸਾਰੇ ਗੁਣ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਸਿੱਖ ਨੂੰ ਦਿੱਤੇ ਸਾਰੇ ਇੱਕੋ ਵਾਰੀ ਆ ਜਾਣ, ਇਹ ਨਾਮੁਮਕਿਨ ਗੱਲ ਹੈ, ਇੰਪੋਸੀਬਲ ਗੱਲ ਹੈ। ਪਰ ਆਓ ਇੱਕ ਗੁਣ ਆਪਣੇ ਅੰਦਰ ਖਾਲਸੇ ਵਾਲਾ ਧਾਰਨ ਕਰਨ ਦਾ ਯਤਨ ਕਰੀਏ। ਖਾਲਸੇ ਦਾ ਵੱਡਾ ਗੁਣ ਵੰਡ ਛਕਦਾ ਹੈ, ਕਿਸੇ ਦਾ ਹੱਕ ਨਹੀਂ ਮਾਰਦਾ। ਵੰਡ ਛਕਣਾ ਇਹ ਨਹੀਂ ਹੁੰਦਾ ਕੱਲਾ ਕਿ ਜੋ ਤੁਹਾਨੂੰ ਪ੍ਰਸ਼ਾਦਾ ਪਾਣੀ ਮਿਲਿਆ ਤੁਸੀਂ ਉਹ ਵੰਡ ਕੇ ਛਕ ਲਿਆ, ਉਹ ਵੀ ਵੰਡ ਛਕਣਾ ਹੈ, ਪਰ ਕੱਲਾ ਇਹ ਨਹੀਂ। ਕੋਈ ਵੀ ਗੁਣ ਹੈ ਉਹ ਤੁਸੀਂ ਗੁਣ ਨੂੰ ਵੰਡਣ ਲੱਗ ਪਿਓ, ਵੰਡ ਛਕਣਾ। ਕੀਰਤਨ ਆਉਂਦਾ, ਕੀਰਤਨ ਸਿਖਾ ਰਹੇ, ਉਹ ਵੀ ਵੰਡ ਛਕਣਾ। ਤਬਲਾ ਆਉਂਦਾ, ਤਬਲਾ ਸਿਖਾਉਣਾ ਸ਼ੁਰੂ ਕਰਤਾ, ਉਹ ਵੀ ਵੰਡ ਛਕਣਾ ਹੈ ਜੀ। ਕੋਈ ਵੀ ਗੁਣ ਹੈ ਉਹਨੂੰ ਤੁਸੀਂ ਵੰਡਣ ਲੱਗ ਪਿਓ, ਵੰਡ ਛਕਣਾ ਹੈ। ਤੇ ਇਹ ਵੀ ਵੰਡ ਛਕਣ ਵਾਲਾ ਗੁਣ ਹੈ ਖਾਲਸੇ ਦਾ ਕਿ ਕਿਸੇ ਦਾ ਹੱਕ ਨਹੀਂ ਮਾਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਕਿਸੇ ਦਾ ਹੱਕ ਨਹੀਂ ਮਾਰਨਾ। ਇੱਕ ਗੱਲ ਮੇਰੇ ਸਾਹਮਣੇ ਆ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਗੱਲ ਹੁਣ ਸੁਣਿਓ ਧਿਆਨ ਨਾਲ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਬੈਠੇ ਸੀ। ਕਨੇਹਿਆ ਕਿਤਾਬ ਹੈ, ਉਹਦੇ ਵਿੱਚੋਂ ਹੀ ਜ਼ਿਕਰ ਮਿਲਦਾ ਹੈ। ਮਹਾਂਪੁਰਸ਼ ਬੈਠੇ ਨੇ, ਹਰਬਖਸ਼ ਸਿੰਘ ਨਾਂ ਦਾ ਇੱਕ ਸ਼ਰੀਰ ਆ ਗਿਆ ਮਹਾਂਪੁਰਸ਼ਾਂ ਦੇ ਕੋਲ। ਪਿੰਡ ਦੇ ਵਿੱਚ ਬੜਾ ਨਾਂ ਸੀ ਇਹਦਾ, ਹਰਬਖਸ਼ ਸਿੰਘ ਦਾ। ਤੇ ਆ ਕੇ ਪਤਾ ਕੀ ਕਹਿੰਦਾ, ਮਹਾਂਪੁਰਸ਼ਾਂ ਦੇ ਕੋਲ ਬੈਠਾ, ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਤੇ ਮਹਾਂਪੁਰਸ਼ਾਂ ਨੂੰ ਪਤਾ ਕੀ ਕਹਿੰਦਾ, ਕਹਿਣ ਲੱਗਾ, ਮਹਾਂਪੁਰਸ਼ੋ ਮੇਰੇ ਕੋਲ ਬੜੇ ਕਿੱਲੇ ਜ਼ਮੀਨ ਨੇ, ਬੜੇ ਕਿੱਲੇ ਜ਼ਮੀਨ ਹੈ, ਬਹੁਤ ਵੱਡਾ ਮੈਂ ਜ਼ਿਮੀਂਦਾਰ ਹਾਂ, ਬਹੁਤ ਕਿੱਲੇ ਜ਼ਮੀਨਾਂ ਦਾ ਮੈਂ ਮਾਲਕ ਹਾਂ। ਪਰ ਮਹਾਂਪੁਰਖੋ ਮੈਂ ਜਦੋਂ ਵੀ ਟਿਊਬਵੈਲ ਲਾਉਣ ਵਾਸਤੇ ਬੋਰ ਕਰਦਾ ਵਾਂ ਨਾ, ਜਿੱਥੇ ਵੀ ਜ਼ਮੀਨ ਦੇ ਥੱਲੇ ਪਾਣੀ ਉੱਪਰ ਕੱਢਣ ਵਾਸਤੇ ਟਿਊਬਵੈਲ ਲਾਉਣ ਵਾਸਤੇ ਜਦੋਂ ਮੈਂ ਬੋਰ ਕਰਦਾ ਨਾ, ਮਹਾਂਪੁਰਖੋ 8-9 ਥਾਵਾਂ ਤੋਂ ਅਸੀਂ ਬੋਰ ਕਰਕੇ ਵੇਖ ਲਿਆ, ਕਿਤੇ ਵੀ ਪਾਣੀ ਨਹੀਂ ਆਉਂਦਾ ਜ਼ਮੀਨ 'ਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਾਣੀ ਨਹੀਂ ਆ ਰਿਹਾ। ਮਹਾਂਪੁਰਖੋ ਹੁਣ ਕਰੀਏ ਕੀ? ਇੰਨੀ ਜ਼ਿਆਦਾ ਜ਼ਮੀਨ ਹੈ ਪਰ ਪਾਣੀ ਤੋਂ ਬਿਨਾਂ ਬੰਜਰ ਹੈ, ਪਾਣੀ ਨਹੀਂ ਆਉਂਦਾ। ਜਿੱਥੇ ਵੀ ਅਸੀਂ ਬੋਰ ਕਰਦੇ ਆ ਟਿਊਬਵੈਲ ਲਾਉਣ ਵਾਸਤੇ ਕਿ ਪਾਣੀ ਆਵੇ, ਪਾਣੀ ਆਉਂਦਾ ਨਹੀਂ। ਕੁਝ ਕਿਰਪਾ ਕਰੋ
ਤੇ ਮਹਾਂਪੁਰਖਾਂ ਦੀ ਕਮਾਈ ਬੜੀ ਸੀ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ 24 ਘੰਟਿਆਂ ਚੋਂ ਤਕਰੀਬਨ 17 ਘੰਟੇ ਬੰਦਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਵਾਸ ਸਵਾਸ ਸਿਮਰਨ ਤੇ ਚੱਲਦਾ ਹੈ। 17 ਘੰਟੇ ਲਗਾਤਾਰ 3 ਸਾਲ ਬੰਦਗੀ ਕੀਤੀ ਉਸ ਸਾਧੂ ਨੇ। 17 ਘੰਟੇ ਤੇ ਪਿਆਰ ਵਿੱਚ ਆ ਕੇ ਕਹਿਣਾ, ਇਹ 3 ਸਾਲ ਇੱਕ ਵੀ ਨਾਗਾ ਨਹੀਂ ਗੁਰੂ ਨਾਨਕ ਨੇ ਪਵਾਇਆ। ਤੇ ਇਹ 3 ਸਾਲ ਬੰਦਗੀ ਕਹਿੰਦੇ ਆਪਣੇ ਲਈ ਨਹੀਂ ਕੀਤੀ, ਇਹ ਹਾਜ਼ਰੀ ਸਰਬੱਤ ਦੇ ਭਲੇ ਦੇ ਲਈ ਲਈ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਸੀਂ ਆਪਣੀਆਂ ਟੈਨਸ਼ਨਾਂ ਰੱਖਦੇ ਆ, ਆਪਣੇ ਪਰਿਵਾਰ ਦੀਆਂ ਟੈਨਸ਼ਨਾਂ ਰੱਖਦੇ ਆ। ਕਮਾਈ ਵਾਲੇ ਸਾਧੂ ਸਾਰੇ ਸੰਸਾਰ ਦੀ ਚਿੰਤਾ ਉਹਨਾਂ ਨੇ ਆਪਣੇ ਸਿਰ ਤੇ ਲਈ ਹੋਈ ਹੈ। ਐਵੇਂ ਨਹੀਂ ਸੰਸਾਰ ਚੱਲ ਰਿਹਾ, ਨਹੀਂ ਤੇ ਜਿੰਨਾ ਪਾਪ ਕਰਮ ਹੋ ਰਿਹਾ ਐਵੇਂ ਦੁਨੀਆ ਨਹੀਂ ਤੁਰ ਰਹੀ। ਆ ਕਮਾਈ ਵਾਲੇ ਸਾਧੂਆਂ ਨੇ ਬੰਨਿਆ ਹੋਇਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ ਇਹਦਾ ਨਹੀਂ ਬਾਪੂ ਜੀ ਦਾ ਨਾਮ ਲੈਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹ ਮਹਾਂਪੁਰਖ ਜਿਨ੍ਹਾਂ ਨੇ 17 ਘੰਟੇ ਨਿਤਨੇਮ ਕੀਤਾ, 3 ਸਾਲ ਲਗਾਤਾਰ 24 ਘੰਟਿਆਂ 17 ਘੰਟੇ ਕਹਿੰਦੇ ਸਰਬੱਤ ਦੇ ਭਲੇ ਦੇ ਲਈ। ਹੁਣ ਉਹੀ ਹਰਭਗਤ ਸਿੰਘ ਕੀ ਕਹਿੰਦਾ, ਕਹਿਣ ਲੱਗਾ ਮਹਾਂਪੁਰਖੋ ਏਦਾਂ ਮੈਂ 8-9 ਥਾਵਾਂ ਤੇ ਬੋਰ ਕਰਕੇ ਵੇਖ ਲਿਆ, ਟਿਊਬਵੈਲ ਲਾਉਣਾ, ਪਾਣੀ ਆਵੇ ਜ਼ਮੀਨ 'ਚ ਆਉਂਦਾ ਨਹੀਂ। ਕੁਝ ਕਿਰਪਾ ਕਰੋ। ਤੇ ਮਨ 'ਚ ਸੋਚਦਾ ਸੀ ਸ਼ਾਇਦ ਮਹਾਂਪੁਰਖ ਕਹਿਣਗੇ ਸੁਖਮਨੀ ਸਾਹਿਬ ਪੜ੍ਹਿਆ ਕਰ, ਜਪਜੀ ਸਾਹਿਬ ਪੜ੍ਹਿਆ ਕਰ, ਮੂਲ ਮੰਤਰ ਦੀਆਂ ਮਾળਾਂ ਫੇਰਿਆ ਕਰ, ਪਾਣੀ ਆ ਜਾਏਗਾ। ਪਰ ਮਹਾਂਪੁਰਖਾਂ ਦੇ ਮੁਖੋਂ ਵਚਨ ਪਤਾ ਕੀ ਨਿਕਲਿਆ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਖਾਂ ਪਹਿਲੇ ਤੇ 2-4 ਮਿੰਟ ਸ਼ਾਂਤ ਰਹੇ ਤੇ ਉਸ ਤੋਂ ਬਾਅਦ ਇਹ ਸੋਚੀ ਜਾਂਦਾ ਹੈ ਕਿ ਸ਼ਾਇਦ ਕਹਿਣਗੇ ਸੁਖਮਨੀ ਸਾਹਿਬ ਕਰ, ਜਪਜੀ ਸਾਹਿਬ ਕਰ, ਪਾਣੀ ਦਾ ਪ੍ਰਵਾਹ ਚਲਾ, ਪਾਣੀ ਆ ਜਾਏਗਾ। ਪਰ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦਾ ਮਹਾਂਪੁਰਖੋ 8-9 ਥਾਵਾਂ ਤੇ ਬੋਰ ਕੀਤਾ, ਇੰਨੀ ਮੇਰੀ ਜ਼ਮੀਨ ਹੈ, ਇੰਨੇ ਕਿੱਲਿਆਂ ਦਾ ਮੈਂ ਮਾਲਕ, ਪਾਣੀ ਨਹੀਂ ਆ ਰਿਹਾ, ਕੁਝ ਕਿਰਪਾ ਕਰੋ, ਪਾਣੀ ਨਹੀਂ ਆ ਰਿਹਾ। ਤੇ ਮਹਾਂਪੁਰਖ ਪਤਾ ਕੀ ਕਹਿੰਦੇ? ਪਿਆਰਿਆ ਕੀ ਕਹਿੰਦਾ? ਕਹਿੰਦਾ ਜੀ ਬੋਰ ਕਰਦੇ ਆ, ਟਿਊਬਵੈਲ ਲਾਉਣਾ, ਪਾਣੀ ਨਹੀਂ ਆ ਰਿਹਾ। ਬਾਬਾ ਜੀ ਕਹਿੰਦੇ ਆਉਣਾ ਵੀ ਨਹੀਂ, ਆਉਣਾ ਵੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਇੱਕ ਸਾਧੂ ਕਮਾਈ ਵਾਲੇ ਨੇ ਕਹਿਤਾ ਆਉਣਾ ਨਹੀਂ, ਇਹ ਥੋੜਾ ਜਿਹਾ ਹਿਲਜੁਲ ਹੋਈ ਇਹਦੇ ਅੰਦਰ। ਮਹਾਂਪੁਰਸ਼ ਕੀ ਬਚਨ ਕਰੀ ਜਾ ਰਿਹਾ, ਕਹਿੰਦੇ ਆਉਣਾ ਵੀ ਨਹੀਂ ਪਾਣੀ। ਉਹਨੇ ਹੱਥ ਜੋੜੇ, ਜੀ ਕਿਰਪਾ ਕਰੋ ਸਮਤ ਦਿਓ। ਕਹਿੰਦੇ ਪਾਣੀ ਇਸ ਕਰਕੇ ਨਹੀਂ ਆਉਣਾ ਕਿ ਤੂੰ ਇੱਕ ਗਰੀਬ ਦੇ ਪੈਸੇ ਮਾਰੇ ਹੋਏ ਨੇ, ਇੱਕ ਗਰੀਬ ਦੇ ਪੈਸੇ ਮਾਰੇ। ਹੁਣ 15-20 ਜਾਣੇ ਇਹਦੇ ਨਾਲ ਆਏ, ਇਹ ਬੇਇੱਜ਼ਤੀ ਮਹਿਸੂਸ ਕਰਨ ਲੱਗ ਪਿਆ ਕਿ ਮੈਂ ਗਰੀਬ ਦੇ ਪੈਸੇ ਮਾਰੇ, ਮੈਂ ਇੰਨਾ ਸ਼ੌਕਰ ਬੰਦਾ। ਮਹਾਂਪੁਰਖ ਪਤਾ ਕੀ ਕਹਿੰਦੇ? ਜਿਹੜੇ 15-20 ਜਾਣੇ ਆਏ ਸੀ, ਕਹਿੰਦੇ ਤੁਸੀਂ ਕਿਰਪਾ ਕਰਕੇ ਥੋੜੇ ਸਮੇਂ ਲਈ ਬਾਹਰ ਚਲੇ ਜਾਓ, ਅਸੀਂ ਇਹਦੇ ਨਾਲ ਇਕੱਲਿਆਂ ਗੱਲ ਕਰਨੀ ਚਾਹੁੰਦੇ ਹਾਂ। ਉਹ 15-20 ਜਾਣੇ ਚਲੇ ਗਏ ਬਾਹਰ। ਤੇ ਹੁਣ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿਣ ਲੱਗੇ ਪਿਆਰਿਆ ਹੁਣ ਆ ਸਾਡੇ ਕੋਲ ਆਰਾਮ ਨਾਲ ਬਹਿ ਕੇ ਯਾਦ ਕਰ। ਜਦੋਂ ਯਾਦ ਕਰਨ ਲੱਗ ਪਿਆ ਨਾ ਤੇ ਉਸ ਵੇਲੇ ਨਾ ਸੋਚਦਾ ਕੁਝ ਸਾਲ ਪਹਿਲੇ ਚਲੀ ਗਈ ਸੋਚ। ਕਹਿੰਦਾ ਮਹਾਂਪੁਰਖ ਹੋ ਯਾਦ ਆ ਗਿਆ, ਕੁਝ ਸਾਲ ਪਹਿਲੇ ਮੈਂ ਆਪਣੇ ਘਰ ਮਿਸਤਰੀ ਲਾਇਆ ਸੀ, ਘਰ ਦਾ ਕੰਮ ਕਰਾ ਰਿਹਾ ਸਾਂ। ਜਦੋਂ ਉਹ ਸਾਰੀ ਦੇ ਅਖੀਰਲੇ ਦਿਨ ਸੀ ਨਾ, ਅਖੀਰਲੇ ਦਿਨ ਮੇਰਾ ਹੱਥ ਟਾਈਟ ਹੋ ਗਿਆ। ਕਈ ਵਾਰੀ ਇਦਾਂ ਹੁੰਦਾ, ਬੰਦਾ ਕੰਮ ਸ਼ੁਰੂ ਕਰ ਲੈਂਦਾ ਪਰ ਜਦੋਂ ਕੰਮ ਚੱਲਣਾ ਸ਼ੁਰੂ ਹੋ ਜਾਏ ਵਿੱਚ ਬਹੁਤ ਵਾਰੀ ਹੱਥ ਟਾਈਟ ਹੋ ਜਾਂਦਾ ਹੈ। ਉਹ ਸਾਰੀ ਵੇਲੇ ਕਹਿੰਦਾ ਚੱਲ ਆ ਵੀ ਕਰਨਾ, ਉਹ ਵੀ ਕਰਨਾ, ਆ ਵੀ ਕੰਮ ਕਰਨਾ, ਪਰ ਜਦੋਂ ਉਹ ਸਾਰੀ ਖਤਮ ਹੋਣ ਦੇ ਦਿਨ ਆਉਂਦੇ ਨੇ ਕਈ ਵਾਰੀ ਬੰਦਾ ਹੱਦੋਂ ਵੱਧ ਟਾਈਟ ਹੋ ਜਾਂਦਾ। ਕਹਿੰਦੇ ਮਹਾਂਪੁਰਸ਼ੋ ਅਖੀਰਲੇ ਦਿਨਾਂ ਦੇ ਵਿੱਚ ਹੱਥ ਮੇਰਾ ਹੋ ਗਿਆ ਟਾਈਟ ਤੇ ਮਿਸਤਰੀ ਦੇ ਬਣਦੇ ਸੀ 280 ਰੁਪਏ। ਮੈਂ ਉਹ 280 ਰੁਪਏ ਨਹੀਂ ਉਹਨੂੰ ਦਿੱਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੇ ਇੱਥੋਂ ਤੱਕ ਨਹੀਂ ਕਿਹਾ ਮੈਂ ਗਰੀਬ ਆ, ਮੇਰੇ ਉਦੋਂ ਦਾ 280 ਲਾ ਲਓ। 280 ਉਦੋਂ ਦੇ 40-50 ਸਾਲ ਪੁਰਾਣੀ ਗੱਲ ਹੈ, ਅੱਜ ਦੇ ਕਿੰਨੇ ਹਜ਼ਾਰਾਂ ਬਣ ਗਏ।
ਉਹ ਕਹਿੰਦਾ ਮੈਂ ਗਰੀਬ ਆ, 280 ਮੇਰੇ ਲਈ ਬੜੀ ਵੱਡੀ ਰਕਮ ਹੈ। ਕਹਿੰਦੇ ਉਹਨੇ ਬੜੇ ਫੇਰੇ ਮੇਰੇ ਵੱਲ ਮਾਰੇ ਪੈਸੇ ਮੈਨੂੰ, ਮੈਂ ਉਹਨੂੰ ਦਵਾਂ, ਪਰ ਉਹਦੇ ਫੇਰਿਆਂ ਦੀ ਵੀ ਮੈਂ ਪਰਵਾਹ ਨਹੀਂ ਕੀਤੀ। ਜੁੱਤੀਆਂ ਘਿਸ ਗਈਆਂ ਉਹਦੀਆਂ ਮੇਰੇ ਘਰ ਫੇਰੇ ਮਾਰ ਮਾਰ ਕੇ, ਪਰ ਉਹਦੇ 280 ਮੈਂ ਨਹੀਂ ਦਿੱਤੇ। ਤੇ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਤੂੰ ਗਰੀਬ ਦਾ ਹੱਕ ਮਾਰਿਆ, ਤੂੰ ਹੱਕ ਮਾਰਿਆ ਗਰੀਬ ਦਾ, ਤੇਰੇ ਖੇਤਾਂ ਦੇ ਵਿੱਚ ਪਾਣੀ ਆਉਣਾ ਵੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਨਾ ਦੂਜਿਆਂ ਦਾ ਹੱਕ ਮਾਰਦੇ ਹਾਂ। ਦੇਖੋ ਕਈ ਵਾਰੀ ਲਾਉਨੇ ਆਪਾਂ ਲੰਗਰ, ਸੁਣਿਓ ਅੱਜ ਮੈਂ ਲੰਗਰ ਕੀਤਾ ਜੀ, 2000 ਬੰਦੇ ਨੇ ਛਕਿਆ, ਪਰ ਜਿਹੜੇ ਰਿਕਸ਼ੇ ਵਾਲੇ ਨੇ ਆਪਣੇ ਰਿਕਸ਼ੇ ਦੇ ਉੱਤੇ ਮਿਹਨਤ ਕਰਕੇ ਤੁਹਾਡੇ ਲਈ ਸਬਜ਼ੀਆਂ ਲਿਆਂਦੀਆਂ ਨੇ, ਸਮਾਨ ਲੱਦਿਆ ਨਾ, ਕਈ ਵਾਰੀ 2-2 ਰੁਪਏ ਪਿੱਛੇ ਉਹਦੇ ਨਾਲ ਬਹਿਸ ਕਰਦੇ ਆ। 2 ਰੁਪਏ ਪਿੱਛੇ, 5-5 ਰੁਪਏ ਪਿੱਛੇ ਲੜਾਂ ਦੋ, ਤੈਨੂੰ ਨਹੀਂ ਦੇਣੇ, ਉਹ ਲਾ ਤੂੰ ਲੰਗਰ ਰਿਹਾ। ਸਗੋਂ ਜੇ ਕੋਈ ਆ ਗਿਆ ਗਰੀਬ, ਉਹਨੂੰ ਕਹੇ 5-10 ਵੱਧ ਲੈ, ਮੇਰੀ ਹਾਜ਼ਰੀ ਲੱਗ ਜਾਏਗੀ, 5-10 ਵੱਧ ਲੈ ਲੈ। ਲਾਉਨੇ ਅਸੀਂ ਲੰਗਰ ਆ, ਕਈ ਵਾਰੀ 2-2, 5-5 ਰੁਪਈਆਂ ਪਿੱਛੇ ਵੀ ਇੱਕ ਰਿਕਸ਼ੇ ਵਾਲੇ ਨਾਲ ਲੜੀ ਜਾਂਦੇ, ਕਿੱਥੋਂ ਮਿਲੇਗੀ ਅਸੀਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਨੇ ਸਾਡੇ ਨਾਲ। ਕੀਤੇ ਨੇ ਮੰਨ ਲਓ 20 ਰੁਪਏ ਰਿਕਸ਼ੇ ਵਾਲੇ ਨਾਲ, ਪਰ 20 ਨਹੀਂ ਲੈਂਦੇ, ਅਸੀਂ ਕਹਿੰਦੇ 15 ਲੈ ਲੈ, ਸਮਾਨ ਆਪਣਾ ਕੰਮ ਕਰਵਾਣਾ ਤਾਂ 15 ਹੀ ਦੇਣੇ ਨੇ, ਇਹਦਾ ਕਰਕੇ ਤੇ 20 ਆਏ ਹੁਣ 15 ਦੇਂਦੇ ਹੋ। ਤੇ ਦੱਸੋ ਇਹੋ ਜਿਹਾ ਲੰਗਰ ਲਾਇਆ ਕਿਤੇ ਕੰਮ ਆਏਗਾ? ਦੱਸੋ ਕਦੀ ਕਿਸੇ ਗਰੀਬ ਦਾ ਹੱਕ ਨਾ ਮਾਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਆਇਆ ਰਾਮਦਾਸ। ਉਥੋਂ ਦੀ ਗਾਤਰਾ ਬੜਾ ਵਧੀਆ ਟੌਰ ਬਣਾਈਏ। ਮੈਂ ਬੜਾ ਨਿਤਨੇਮੀ ਗੁਰਸਿੱਖ ਹਾਂ, ਮੈਂ ਬੜਾ ਬੰਦਗੀ ਵਾਲਾ ਵਾਂ, ਮੈਂ ਅੰਮ੍ਰਿਤ ਧਾਰੀ ਗੁਰਸਿੱਖ ਹਾਂ, ਪਰ ਆਪਣੀ ਧੀ ਦਾ, ਆਪਣੀ ਭੈਣ ਦਾ ਵੀ ਹੱਕ ਰੱਖਣ ਲੱਗਿਆ ਤੂੰ ਸ਼ਰਮ ਨਹੀਂ ਕਰਦਾ। ਮਹਾਰਾਜ ਕਹਿਣਗੇ ਤੂੰ ਇੱਕ ਕਿਰਪਾਨ ਨਹੀਂ ਪਾਈ, ਤੂੰ ਤੇ ਵਿਖਾਵਾ ਕੀਤਾ ਹੈ। ਤੂੰ ਖਾਲਸੇ ਦਾ ਜਨਮ ਦਿਹਾੜਾ ਤੇ ਮਨਾਇਆ ਹੀ ਕੋਈ ਨਹੀਂ। ਕਿਰਪਾਨ ਕੱਲੀ ਪਾਉਣੀ ਥੋੜੀ ਏ, ਕਿਰਪਾਨ ਕਹਿੰਦੀ ਕਿ ਉਹਨੂੰ ਮੰਨਣਾ ਵੀ ਤੇ ਹੈ, ਉਹਨੂੰ ਕਮਾਉਣਾ ਵੀ ਤੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੂੰ ਜੀ। ਮੰਦਰਾਂ 'ਚ ਜਾਂਦਾ ਰੋਜ਼, ਮੈਂ ਬੜਾ ਵੱਡਾ ਹਿੰਦੂ ਆ, ਮੰਦਰਾਂ ਵਿੱਚ ਜਾ ਜਾ ਕੇ ਮੱਥੇ ਟੇਕਦਾ, ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਪਰ ਆਪਣੀਆਂ ਧੀਆਂ ਭੈਣਾਂ ਦਾ ਹੱਕ ਖਾਣ ਲੱਗਿਆਂ ਵੀ ਪਿੱਛੇ ਨਹੀਂ ਹੁੰਦਾ। ਪਰਮੇਸ਼ਰ ਉਹ ਭਗਵਾਨ ਜੀ ਕਹਿੰਦੇ ਨਹੀਂ ਹੋਣਗੇ, ਤੂੰ ਮੱਥਾ ਨਹੀਂ ਟੇਕਦਾ, ਤੂੰ ਤੇ ਮੇਰੇ ਅੱਗੇ ਆ ਕੇ ਪਖੰਡ ਕਰਦਾ, ਮੇਰੇ ਅਸੂਲ ਤੇ ਤੂੰ ਮੰਨੇ ਕੋਈ ਨਹੀਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਸ਼ ਕਹਿੰਦੇ ਤੂੰ 280 ਰੁਪਏ ਕਿਸੇ ਗਰੀਬ ਦਾ ਹੱਕ ਮਾਰਿਆ। ਜਿੱਥੇ ਮਰਜੀ ਤੂੰ ਟਿਊਬਵੈਲ ਲਾ ਲੈ, ਬੋਰ ਕਰ ਲੈ, ਪਾਣੀ ਨਹੀਂ ਆਉਣਾ। ਸ਼ਰਮਿੰਦਗੀ ਮਹਿਸੂਸ ਹੋਈ, ਹੱਥ ਜੋੜੇ, ਮਹਾਂਪੁਰਖੋ ਦੱਸੋ ਹੁਣ ਕਾਰਨ ਕੀ? ਹੁਣ ਮਹਾਂਪੁਰਖ ਨੇ ਇਹਨੂੰ ਕੀ ਸਮਤ ਦਿੱਤੀ? ਉਹ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਤਿਗੁਰੂ ਸੇਵਾ ਲੈਣ। ਪਰ ਇਹ ਮੇਰੀ ਬੇਨਤੀ, ਖਾਲਸੇ ਦਾ ਜਨਮ ਦਿਹਾੜਾ ਮਨਾਉਣ ਵਾਲਿਓ, ਗੱਲਾਂ ਬਾਤਾਂ ਨਾਲ ਜਨਮ ਦਿਹਾੜਾ ਨਾ ਮਨਾਇਓ, ਕੁਝ ਨਾ ਕੁਝ ਗੁਣ ਵੀ ਲੈ ਕੇ ਜਾਇਓ। ਮੇਰੀ ਬੇਨਤੀ, ਆਹ ਗੁਣ ਲੈਣਾ ਆਪਾਂ, ਕਿਹੜਾ? ਕਰਿਓ ਕਿਰਪਾ ਮੇਰੇ ਤੋਂ ਬਾਅਦ ਗੁਰਮੁਖ ਪਿਆਰੇ ਵੀਰ ਬੋਲਣ, ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਬੋਲਣ, ਸਾਡੇ ਅੰਦਰ ਆਹ ਗੁਣ ਆਵੇ। ਆਹ ਗੁਣ ਖਾਲਸੇ ਦਾ ਕਿਹੜਾ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਤੇਰੇ ਬਾਣੇ
ਤੇਰੇ ਬਾਣੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਸਾਰੀਆਂ ਭੈਣਾਂ ਅਮਲੇ ਅੱਲਾ ਨੂਰ ਉਪਾਇਆ ਕੁਦਰਤ ਨੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜੇ ਕੌਣ ਬਣੇ ਬੰਦੇ। ਤੇਰੇ ਬਾਣੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਵਾਹਿਗੁਰੂ। ਸੰਗਤ ਬੋਲੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ 280 ਰੁਪਏ ਤੋਂ ਇੱਕ ਗਰੀਬ ਦੇ ਮਾਰੇ ਨੇ। 280 ਰੁਪਏ। ਪਾਣੀ ਤੇਰੇ ਖੇਤਾਂ 'ਚ ਆਉਣਾ ਨਹੀਂ, ਕਹਿੰਦਾ ਮਹਾਂਪੁਰਸ਼ੋ ਸੁਮਤ ਦਿਓ ਕੀ ਕਰਾਂ, ਭੁੱਲ ਤੇ ਹੋ ਗਈ, ਉਦੋਂ ਗਲਤੀ ਤੇ ਹੋ ਗਈ ਮੇਰੇ ਕੋਲੋਂ, ਹੁਣ ਸੁਮਤ ਬਖਸ਼ੋ ਕੀ ਕਰਾਂ। ਬਾਬਾ ਜੀ ਕਹਿੰਦੇ ਕਿੰਨਾ ਟਾਈਮ ਹੋਇਆ ਹੈ? ਉਹ ਇਦਾਂ ਗਰੀਬ ਦੇ 280 ਰੁਪਏ ਮਾਰੇ, ਕਿੰਨਾ ਸਮਾਂ? ਕਹਿੰਦਾ ਜੀ ਤਕਰੀਬਨ 18 ਮਹੀਨੇ ਹੋ ਗਏ। ਕਹਿੰਦੇ ਉਹ ਲੱਭ ਮਿਸਤਰੀ ਦਾ ਘਰ, 18 ਮਹੀਨਿਆਂ ਦਾ ਵਿਆਜ ਪਾ ਕੇ ਜਿੰਨੀ ਰਕਮ ਬਣਦੀ ਹੈ ਨਾ ਉਹਦੇ ਘਰ ਮੋੜ ਕੇ ਆ, ਫਿਰ ਸਾਡੇ ਕੋਲ ਆਈ, ਫਿਰ ਤੇਰੇ ਨਾਲ ਗੱਲ ਕਰਾਂਗੇ। ਦੇਖੋ ਇੱਕ ਗਿਆਨ ਦੇਣ ਵਾਲਾ ਮਿਲ ਗਿਆ ਨਾ, ਗਿਆਨ ਦੇਣ ਵਾਲਾ। ਤੁਸੀਂ ਸਿਆਣੇ ਹੋ, ਵੇਖੋ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਮੰਨੀ ਜਾਂਦੀ ਹੈ ਮਾਇਆ, ਪੈਸਾ। ਸਭ ਤੋਂ ਵੱਡੀ ਚੀਜ਼ ਪੈਸਾ। ਕੋਈ ਵੀ ਕੰਮ ਹੈ, ਭਾਵੇਂ ਉਹ ਸੇਵਾ ਦਾ ਕੰਮ ਹੈ, ਭਾਵੇਂ ਸਾਡਾ ਘਰੇਲੂ ਕੰਮ, ਪੈਸੇ ਤੋਂ ਬਿਨਾਂ ਨਹੀਂ ਹੁੰਦਾ, ਮਾਇਆ ਤੋਂ ਬਿਨਾਂ ਨਹੀਂ ਹੁੰਦਾ। ਜਿੰਨਾ ਮਰਜ਼ੀ ਅਸੀਂ ਕਹਿ ਲਈਏ ਜੀ ਅਸੀਂ ਮਾਇਆ ਤੋਂ ਨਿਰਲੇਪ ਆਏ, ਤਾਂ ਨਹੀਂ, ਮਾਇਆ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਸਭ ਤੋਂ ਵੱਡੀ ਚੀਜ਼, ਸਭ ਤੋਂ ਲੋੜਵੰਦ ਚੀਜ਼ ਹੈ ਮਾਇਆ। ਮਾਇਆ ਨਾ ਹੋਵੇ ਕੋਈ ਚੱਕਰ ਹੀ ਨਹੀਂ ਚੱਲਦਾ। ਮਾਇਆ ਤੋਂ ਵੱਡੀ ਵੀ ਕੋਈ ਚੀਜ਼ ਹੈ? ਦੱਸੋ। ਮਾਇਆ ਤੋਂ ਵੱਡੇ ਨੇ ਪਦਾਰਥ। ਹੁਣ ਮੰਨ ਲਓ ਕਿਸੇ ਬੰਦੇ ਦੇ ਕੋਲ ਕਰੋੜਾਂ ਰੁਪਏ ਪਏ ਨੇ, ਭੁੱਖ ਲੱਗੇਗੀ ਨੋਟ ਖਾਏਗਾ? ਦੱਸੋ। ਪਦਾਰਥ ਹੀ ਲਿਆਏਗਾ ਨਾ, ਸਬਜ਼ੀਆਂ ਲਿਆਏਗਾ, ਫਲ ਫਰੂਟ ਲਿਆਏਗਾ, ਪਦਾਰਥ ਲਿਆਏਗਾ, ਪਦਾਰਥ ਪੱਕਣਗੇ ਉਹ ਖਾਏਗਾ। ਮਾਇਆ ਵੱਡੀ, ਮਾਇਆ ਤੋਂ ਵੱਡੇ ਪਦਾਰਥ। ਪਦਾਰਥਾਂ ਤੋਂ ਵੱਡੀ ਵੀ ਕੋਈ ਚੀਜ਼ ਹੈ? ਹਾਂ,
ਪਦਾਰਥਾਂ ਤੋਂ ਵੱਡੀ ਹੈ ਦੇ ਅਰੋਗਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੰਦੇ ਦੇ ਅੱਗੇ 36 ਪ੍ਰਕਾਰ ਦੇ ਪਦਾਰਥ ਪਏ ਹੋਣ, ਭੋਜਨ ਪਾਣੀ ਪਿਆ ਹੋਵੇ, ਜੇ ਸਿਹਤ ਹੀ ਨਹੀਂ ਰਾਜੀ, ਬੰਦੇ ਦਾ ਦਿਲ ਹੀ ਨਹੀਂ ਕਰਦਾ ਖਾਣ ਦਾ, ਹੈ ਜੀ। ਜਿੰਨੀਆਂ ਮਰਜ਼ੀ ਚੀਜ਼ਾਂ ਪਈਆਂ ਹੋਣ, ਜੇ ਸਿਹਤ ਹੀ ਵੱਲ ਨਹੀਂ, ਕਿੱਥੋਂ ਖਾ ਲੇਗਾ। ਮਾਇਆ ਵੱਡੀ, ਮਾਇਆ ਤੋਂ ਵੱਡੇ ਪਦਾਰਥ, ਪਦਾਰਥਾਂ ਤੋਂ ਵੱਡੀ ਦੇ ਅਰੋਗਤਾ। ਤੇ ਪਿਆਰਿਓ, ਦੇ ਅਰੋਗਤਾ ਤੋਂ ਵੀ ਵੱਡੀ ਕੋਈ ਚੀਜ਼ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੇ ਅਰੋਗਤਾ ਤੋਂ ਵੱਡਾ ਹੁੰਦਾ ਹੈ ਗਿਆਨ। ਗਿਆਨ, ਜੇ ਬੰਦੇ ਨੂੰ ਗਿਆਨ ਨਹੀਂ ਨਾ, ਭਾਵੇਂ ਜਿੰਨੀ ਮਰਜ਼ੀ ਮਾਇਆ ਪਈ ਹੋਵੇ, ਜਿੰਨਾ ਮਰਜ਼ੀ ਘਰ ਦੇ ਵਿੱਚ ਪਦਾਰਥ ਪਏ ਹੋਣ, ਗਿਆਨ ਤੋਂ ਬਿਨਾਂ ਉਹ ਚੀਜ਼ ਨੂੰ ਵਰਤਣਾ ਵੀ ਨਹੀਂ ਆਉਂਦਾ। ਗਿਆਨ ਸਭ ਤੋਂ ਵੱਡਾ ਹੈ। ਕਈ ਘਰ ਤੁਸੀਂ ਵੇਖੋ, ਕਰੋੜਾਂ ਰੁਪਈਏ ਨੇ, ਪਰ ਕਲੋ ਕਲੇਸ਼ ਹਰ ਵੇਲੇ ਚੱਲਦਾ ਰਹਿੰਦਾ। ਕਾਰਨ ਕੀ? ਗਿਆਨ ਨਹੀਂ। ਤੇ ਗਿਆਨ ਕਿੱਥੋਂ ਮਿਲਦਾ? ਆ ਸੰਗਤ ਵਿੱਚ ਆ ਕੇ। ਸਭ ਤੋਂ ਵੱਡੀ ਹੋਈ ਸੰਗਤ, ਸਭ ਤੋਂ ਵੱਡੀ ਜਿਹੜੀ ਸੰਗਤ ਨੇ ਸਾਨੂੰ ਗਿਆਨ ਦੇ ਦਿੱਤਾ। ਕੀ ਗਿਆਨ ਦਿੱਤਾ? ਕਿ ਮਹਾਂਪੁਰਖਾਂ ਦਾ ਸਤਿਕਾਰ ਕਰ, ਉਹਨਾਂ ਦਾ ਬਚਨ ਕਮਾ। ਸਾਨੂੰ ਕੀ ਗਿਆਨ ਦਿੱਤਾ? ਕਿ ਗੁਰ ਪਰਮੇਸ਼ਰ ਦੀ ਹਜ਼ੂਰੀ 'ਚ ਆਇਆ ਨਾ, ਐਵੇਂ ਇਹ ਨਾ ਕਹਿ ਮੈਂ ਬੜਾ ਵੱਡਾ, ਮੈਂ ਹੀ ਮੈਂ ਹੀ ਮੈਂ। ਉਹ ਪਿਆਰਿਓ, ਸੰਗਤ ਵਿੱਚ ਆ ਕੇ ਮੈਨੂੰ ਗਿਆਨ ਮਿਲ ਗਿਆ ਕਿ ਮੈਂ ਦੀ ਪੜ੍ਹਾਈ ਵਿੱਚ ਕੁਝ ਨਹੀਂ ਪਿਆ, ਮੈਂ ਤੇ ਅੰਦਰੋਂ ਤੂੰ ਹੀ ਤੂੰ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਜਿਉਂ-ਜਿਉਂ ਮੈਂ ਤੂੰ ਅੰਦਰੋਂ ਕਰਨਾ ਸ਼ੁਰੂ ਕਰਤਾ ਨਾ, ਇੱਕ ਦਿਨ ਆਇਆ ਉਸ ਤੂੰ ਹੀ ਤੂੰ ਕਹਿੰਦਿਆਂ ਉਸ ਤੂੰ ਹੀ ਤੂੰ ਦੇ ਵਿੱਚ ਮੈਂ ਅਭੇਦ ਹੋਣ ਲੱਗ ਪਿਆ ਹੈ ਜੀ। ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਸੁਣਿਓ ਧਿਆਨ ਨਾਲ। ਮਹਾਂਪੁਰਖਾਂ ਨੇ ਗਿਆਨ ਦੇ ਦਿੱਤਾ। ਗਿਆਨ ਦੀ ਬੜੀ ਲੋੜ ਹੈ ਜੀਵਨ ਦੇ ਵਿੱਚ। ਕਦੀ ਵੀ ਸੰਗਤ ਨਾ ਛੱਡੋ। ਜ਼ਰੂਰੀ ਤੋਂ ਜ਼ਰੂਰੀ ਕੰਮ ਵੀ ਪੈ ਜੇ ਨਾ, ਉਹ ਕੰਮ ਪਿੱਛੇ ਪਾ ਦਿਓ, ਪਰ ਸੰਗਤ ਵਿੱਚ ਆਉਣ ਦੀ ਰੁਟੀਨ ਨਹੀਂ ਛੱਡਣੀ। ਜਿਹੜਾ 3 ਤੋਂ 4 ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ ਨਾ, ਜਿਹੜੇ ਨਹੀਂ ਜੁੜਦੇ ਜੁੜਿਆ ਕਰੋ। ਪੰਜਾਂ ਨੂੰ ਹੋਰ ਜੋੜੋ, ਨਾਲ ਗੁਆਂਢੀਆਂ ਨੂੰ ਜੋੜੋ, ਦੇਸ਼ਾਂ ਵਿਦੇਸ਼ਾਂ 'ਚ ਤੁਹਾਡੇ ਕੋਈ ਰਹਿੰਦਾ ਉਹਨਾਂ ਨੂੰ ਫੋਨ ਕਰੋ ਬਈ 3 ਤੋਂ 4 ਦੁਪਹਿਰੀ ਰਾਤੀ 10 ਤੋਂ 11 ਪੀਟੀਸੀ ਸਿਮਰਨ ਜੁੜਿਆ ਕਰੋ, ਗਿਆਨ ਲਿਆ ਕਰੋ। ਫਿਰ ਵੇਖਿਓ ਕਿਵੇਂ ਕਲਪਨਾ ਨਿਕਲੇਗੀ। ਮੈਂ ਜਿਵੇਂ ਪਹਿਲੇ ਅੱਜ ਬੇਨਤੀ ਕੀਤੀ, ਮੱਖੀ ਬਣਨਾ ਕਿ ਮਧੂ ਮੱਖੀ ਬਣਨਾ, ਇਹ ਗਿਆਨ ਹੀ ਮਿਲਿਆ ਨਾ ਸਾਨੂੰ। ਸਾਡੇ ਅੰਦਰੋਂ ਓਵਰ ਥਿੰਕਿੰਗ ਨਿਕਲੇਗੀ, ਇਹ ਸਾਨੂੰ ਗਿਆਨ ਹੀ ਮਿਲਿਆ ਨਾ ਅੱਜ ਗੁਰੂ ਦੀ ਹਜ਼ੂਰੀ 'ਚ। ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਖ ਕਹਿੰਦੇ ਉਹ ਜਿਹੜਾ ਮਿਸਤਰੀ ਹੈ ਨਾ, ਮਿਸਤਰੀ ਉਹਨੂੰ ਲੱਭ। 280 ਰੁਪਏ ਤੋਂ ਮਾਰੇ ਨੇ ਉਹਦੇ ਹੱਕ ਦੇ, ਉਹਨੂੰ ਲੱਭ। ਵਿਆਜ ਸਮੇਤ 18 ਮਹੀਨਿਆਂ ਦਾ ਵਿਆਜ ਲਾ ਕੇ, ਵਿਆਜ ਸਮੇਤ ਉਹਦੀ ਮਾਇਆ ਉਹਨੂੰ ਮੋੜ ਕੇ ਆ। ਫਿਰ ਸਾਡੇ ਨਾਲ ਗੱਲ ਕਰੀ। ਇਹ ਹਰਬਖਸ਼ ਸਿੰਘ ਗਿਆ। ਹੁਣ 18 ਮਹੀਨੇ ਪਹਿਲੇ ਮਿਸਤਰੀ ਜਿਹੜਾ ਲੱਗਾ, ਬੜੀ ਮੁਸ਼ਕਲਾਂ ਉਹਦਾ ਘਰ ਲੱਭਿਆ। ਜਦੋਂ ਘਰ ਦਾ ਬੂਹਾ ਖੜਕਾਇਆ ਨਾ, ਤੇ ਜਦੋਂ ਘਰ ਦਾ ਬੂਹਾ ਖੜਕਾਇਆ ਤੇ ਉਸ ਵੇਲੇ ਜਦੋਂ ਮਿਸਤਰੀ ਬਾਹਰ ਆਇਆ, ਕਹਿੰਦੇ ਪਛਾਣਿਆ? ਹਰਬਖਸ਼ ਸਿੰਘ ਕਹਿੰਦਾ ਸਰਦਾਰ ਜੀ, ਮੈਂ ਤੁਹਾਨੂੰ ਕਿਵੇਂ ਭੁੱਲ ਸਕਦਾ? 280 ਰੁਪਏ ਤੁਸੀਂ ਮੇਰੇ ਮਾਰੇ ਨੇ, ਮੈਂ ਨਹੀਂ ਤੁਹਾਨੂੰ ਭੁੱਲ ਸਕਦਾ। ਤੇ ਉਸ ਵੇਲੇ ਵਿਆਜ ਸਮੇਤ ਤਕਰੀਬਨ 350 ਰੁਪਈਆ ਉਸ ਮਿਸਤਰੀ ਦੀ ਤਲੀ ਤੇ ਧਰਿਆ। ਕਹਿੰਦੇ ਆਲਾ ਫੜ, ਮੈਂ ਅੱਗੇ ਭੁੱਲਿਆ ਰਿਹਾ, ਆ ਵਿਆਜ ਸਮੇਤ 280 ਮਾਰੇ ਸੀ ਤੇਰੇ, 350 ਮੈਂ ਤੈਨੂੰ ਦੇਣੇ ਆ, ਤੇ ਮੇਰੀਆਂ ਭੁੱਲਾਂ ਬਖਸ਼ ਦੇ। ਉਸ ਵੇਲੇ ਉਹ ਮਿਸਤਰੀ ਕਹਿੰਦਾ ਸਰਦਾਰ ਜੀ, ਤੁਸੀਂ ਤੇ ਉਦੋਂ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੇ। ਮੇਰੀਆਂ ਜੁੱਤੀਆਂ ਘਸ ਗਈਆਂ ਤੁਹਾਡੇ ਘਰ ਦੇ ਫੇਰੇ ਮਾਰਦਿਆਂ। ਅੱਜ ਤੁਸੀਂ ਵਿਆਜ ਸਮੇਤ ਰਕਮ ਦੇਣ ਆ ਗਏ ਮੇਰੇ ਘਰ, ਕਾਰਨ ਕੀ? ਤੇ ਉਸ ਵੇਲੇ ਹਰਬਖਸ਼ ਸਿੰਘ ਕਹਿੰਦਾ ਕਾਰਨ ਕੁਝ ਹੋਰ ਨਹੀਂ, ਕਾਰਨ ਬਸ ਇੰਨਾ, ਪਹਿਲੇ ਮੈਂ ਭੁੱਲਿਆ ਰਿਹਾ ਤੇ ਅੱਜ ਮੈਨੂੰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਰਗੇ ਉਹ ਮਹਾਂਪੁਰਖਾਂ ਵਰਗਾ ਪੂਰਨ ਕਮਾਈ ਵਾਲਾ ਸਾਧੂ ਮਿਲ ਗਿਆ, ਜਿਨੇ ਮੈਨੂੰ ਇਹ ਸੱਚ ਦਾ ਰਾਹ ਦਿਖਾ ਦਿੱਤਾ ਕਿ ਕਦੀ ਵੀ ਕਿਸੇ ਗਰੀਬ ਦਾ ਹੱਕ ਨਹੀਂ ਰੱਖਣਾ। ਮੈਨੂੰ ਉਹ ਸਾਧੂ ਨੇ ਸਹੀ ਰਸਤਾ ਦਿਖਾਤਾ ਹੈ, ਉਹਨੇ ਗਿਆਨ ਦੇ ਦਿੱਤਾ। ਆ 330 ਲੈ ਵਾਹਿਗੁਰੂ, 350 ਲੈ 350,
ਤੇ ਮੇਰੀਆਂ ਭੁੱਲਾਂ ਮਾਫ ਕਰ। ਹੁਣ 350 ਨੇ ਰੱਖਿਆ, ਅੰਦਰੋਂ ਸੀਸਾਂ ਦਿੰਦਾ, ਮਹਾਂਪੁਰਖਾਂ ਦਾ ਵੀ ਸ਼ੁਕਰਾਨਾ ਕਰਦਾ, ਇਹਨੂੰ ਵੀ ਸੀਸਾਂ ਦਿੰਦਾ। ਆ ਗਿਆ ਜੀ ਹਰਬਖਸ਼ ਸਿੰਘ ਮਹਾਂਪੁਰਖਾਂ ਦੇ ਕੋਲ, ਬਾਬਾ ਹਰਨਾਮ ਸਿੰਘ ਜੀ ਦੇ ਕੋਲ, ਤੇ ਆ ਕੇ ਕਹਿੰਦਾ ਮਹਾਂਪੁਰਖੋ ਤੁਹਾਡੀ ਅਸੀਸ ਨਾਲ ਮੈਂ ਦੇ ਆਇਆ, 350 ਰੁਪਈਆ ਮੈਂ ਦੇ ਆਇਆ, 8-10 ਬੋਰ ਕੀਤੇ ਨੇ ਆਪਣੀ ਜ਼ਮੀਨ ਦੇ ਵਿੱਚ, ਪਾਣੀ ਨਹੀਂ ਆਉਂਦਾ। ਹੁਣ ਦੱਸੋ ਉੱਤਰ ਵਾਲੇ ਪਾਸੇ ਬੋਰ ਕਰਾਂ, ਹੈ ਜੀ, ਪੂਰਬ ਵਾਲੇ ਪਾਸੇ ਕਰਾਂ, ਪੱਛਮ ਵਾਲੇ ਪਾਸੇ ਕਰਾਂ, ਦੱਖਣਾ ਕਿੱਧਰ ਕਰਾਂ ਬੋਰ? ਜਦੋਂ ਪਾਣੀ ਆ ਜਾਏ ਤੇ ਉਸ ਵੇਲੇ ਨਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਪਤਾ ਕੀ ਕਹਿੰਦੇ, ਤੂੰ ਅੱਜ ਇੱਕ ਗਰੀਬ ਦਾ ਹੱਕ ਮੋੜ ਕੇ ਆਇਆ। ਗੁਰੂ ਨਾਨਕ ਦੇ ਭਰੋਸੇ ਤੇ ਕਹਿੰਦੇ ਆ, ਜ਼ਮੀਨ ਦੇ ਜਿਸ ਮਰਜ਼ੀ ਵਾਲੇ ਪਾਸੇ ਬੋਰ ਕਰ ਦੇ, ਇੰਨਾ ਪਾਣੀ ਆਉਣਾ ਤੇਰੇ ਕੋਲੋਂ ਸਾਂਭਿਆ ਨਹੀਂ ਜਾਣਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹਨੇ ਆਪਣੇ ਖੇਤਾਂ ਵਿੱਚ ਆ ਕੇ ਟਿਊਬਵੈਲ ਲਾਇਆ। ਹੁਣ ਸੁਣਿਓ, ਆਮ ਤੌਰ ਤੇ 5-7 ਸਾਲਾਂ ਬਾਅਦ ਪਾਣੀ ਉਤਰ ਜਾਂਦਾ ਹੈ, ਪਰ 30 ਸਾਲ ਪਿਆਰਿਓ ਇੱਕੋ ਟਿਊਬਵੈਲ ਦੇ ਰਾਹੀਂ ਪਾਣੀ ਆਉਂਦਾ ਰਿਹਾ। 30 ਸਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂ? ਇਹ ਕਿਰਪਾ ਵਰਤੀ ਕਿ ਇੱਕ ਗਰੀਬ ਦਾ ਜਿਹੜਾ ਹੱਕ ਹੈ ਨਾ ਉਹਨੂੰ ਮੋੜਿਆ। ਆ ਖਾਲਸੇ ਦਾ ਵੱਡਾ ਗੁਣ ਲੈ ਲਓ ਜੀ। ਕਿਰਪਾਨਾਂ ਆਪਾਂ ਰੱਜ ਕੇ ਪਾਉਣੀਆਂ ਨੇ, ਅੰਮ੍ਰਿਤ ਅਸੀਂ ਰੱਜ ਕੇ ਛਕਣਾ ਹੈ। ਜਿਹੜੇ ਨਗੋਰੇ ਨੇ ਉਹਨਾਂ ਨੇ ਗੁਰੂ ਵਾਲੇ ਬਣਨਾ ਹੈ, ਪਰ ਅੰਮ੍ਰਿਤ ਆਵਾਜ਼ ਕੀ ਦਿੰਦਾ ਉਹ ਵੀ ਤੇ ਮੰਨਣਾ ਹੈ ਕਿ ਨਹੀਂ, ਹੈ ਜੀ। ਮੈਂ ਕਈ ਵਾਰੀ ਇੱਕ ਚੀਜ਼ ਕਹਿਣਾ ਹੁੰਨਾ, ਅਸੀਂ ਸਿੱਖ ਬਾਅਦ ਚੋਂ ਆ, ਅਸੀਂ ਹਿੰਦੂ ਬਾਅਦ ਚੋਂ ਆ, ਮੁਸਲਮਾਨ ਬਾਅਦ ਚੋਂ ਆ, ਈਸਾਈ ਬਾਅਦ ਚੋਂ। ਉਹ ਚੰਗੇ ਬੰਦੇ ਤੇ ਬਣੋ, ਚੰਗੇ ਇਨਸਾਨ ਤੇ ਬਣੋ, ਨੇਕ ਇਨਸਾਨ ਤੇ ਬਣੋ। ਕਰਦਾ ਤੂੰ ਕਿੰਨੇ ਪਾਠ ਹੈ, ਪਰ ਗਰੀਬਾਂ ਦਾ ਹੱਕ ਰੱਖੀ ਜਾਂਦਾ। ਬਾਬਾ ਕਹਿੰਦਾ ਇੰਨੇ ਕੀਤੇ ਪਾਠ ਤੇਰੇ ਕੀ ਕਰਨਗੇ ਭਾਈ, ਤੇਰਾ ਭਲਾ ਨਹੀਂ ਹੋਣਾ ਇਹਦੇ ਨਾਲ। ਇੱਕ ਕਰ ਲੈ, ਪਚਾ ਲੈ ਉਸ ਪਾਠ ਨੂੰ, ਪਚਾ ਲੈ। ਜੋ ਬਾਣੀ ਕਹਿ ਰਹੀ ਉਹਨੂੰ ਥੋੜਾ ਮੰਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਹ ਖਾਲਸੇ ਦਾ ਵੱਡਾ ਗੁਣ ਲੈ ਕੇ ਜਾਓ, ਵੰਡ ਛਕਣ ਦਾ। ਵੰਡ ਛਕਣਾ, ਲੰਗਰ ਵੀ ਲਾਉਣੇ, ਵੰਡ ਛਕਣਾ, ਆਪਣੇ ਗੁਣਾਂ ਨੂੰ ਵੀ ਵੰਡਣਾ। ਵੰਡ ਛਕਣਾ ਕੀ? ਕਿਸੇ ਦਾ ਹੱਕ ਨਹੀਂ ਮਾਰਨਾ, ਇਹ ਵੀ ਵੰਡ ਛਕਣਾ। ਕਿਸੇ ਵੀ ਪੱਖ ਤੋਂ ਸੀ ਕਿਸੇ ਦਾ ਹੱਕ ਨਹੀਂ ਮਾਰਨਾ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਜੇ ਗੁਰੂ ਨੇ ਚਾਹਿਆ ਤੇ ਇੱਕ ਜ਼ਿਕਰ 10-15 ਮਿੰਟ ਦਾ ਮੈਂ ਹੋਰ ਕਰਾਂਗਾ, ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਲੈਣੀ। ਮਲੋਟ ਪੜ੍ਹਿਓ, ਅਬੋਰ ਤੋਂ ਵੀ ਸੰਗਤਾਂ ਆਈਆਂ, ਹੋਰ ਬੜੀ ਦੂਰੋਂ ਸੰਗਤਾਂ ਪਿਆਰ ਵਾਲੀਆਂ ਆਈਆਂ। ਮੈਨੂੰ ਬਾਅਦ ਚੋਂ ਜਦੋਂ ਮਿਲਦੇ ਮੈਨੂੰ ਦੱਸਦੇ ਅਸੀਂ ਫਲਾਣੀ ਜਗ੍ਹਾ ਤੋਂ ਆਏ, ਫਲਾਣੀ ਜਗ੍ਹਾ ਤੋਂ ਆਏ। ਜਿੱਥੋਂ ਵੀ ਆਏ ਹੋ ਇੱਕ ਵਾਰੀ ਪੁੱਛ ਲਾ, ਚੜ੍ਹਦੀ ਕਲਾ 'ਚ ਆਓ। ਸਤਿ ਸ੍ਰੀ ਅਕਾਲ। 15 ਮਿੰਟ ਅੰਦਾਜ਼ਾ ਹੋਰ ਸਹਿਯੋਗ ਤੁਸੀਂ ਦੇਣਾ, ਕਿਸੇ ਨੇ ਵੀ ਹਿਲਜੁਲ ਨਹੀਂ ਕਰਨੀ। ਮੈਨੂੰ ਪਤਾ ਹੈ ਤੁਸੀਂ ਰੋਜ਼ ਸੰਗਤ ਕਰਨ ਵਾਲੇ ਹੋ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ। ਪਰ ਜੇ ਕੋਈ ਨਵਾਂ ਪ੍ਰੇਮੀ ਬੈਠਾ ਉਹਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਕਿਸੇ ਵੀ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ। 15 ਹੱਦ 20 ਮਿੰਟ ਮੈਂ ਤੁਹਾਡੇ ਹੋਰ ਲੈਣੇ। ਆਓ ਆਪਣੇ ਗੁਰੂ ਤੋਂ ਬਲਿਹਾਰੇ ਜਾਈਏ, ਜਿਨ੍ਹਾਂ ਨੇ ਸਾਨੂੰ ਇਹ ਸੱਚਾ ਰਾਹ ਵਿਖਾ ਦਿੱਤਾ, ਜਿਨ੍ਹਾਂ ਨੇ ਇਹ ਸਾਨੂੰ ਸੱਚ ਦਾ ਮਾਰਗ ਦੇ ਦਿੱਤਾ। ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਚੀ ਪਾਏ, ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ ਸਾਡੇ ਉੱਤੇ। ਆਓ ਉਹਨਾਂ ਤੋਂ ਬਾਹਰ ਨੇ ਬਲਿਹਾਰਨੇ ਜਾਈਏ। ਮੈਂ ਜਿੱਧਰ ਵੇਖ ਰਿਹਾ ਸੰਗਤਾਂ, ਵੇਖੋ ਸਾਹਮਣੇ ਕਿੰਨੀਆਂ ਸੰਗਤਾਂ, ਅੰਦਰ ਗੁਰੂ ਘਰ ਦੇ ਵਿੱਚ ਉੱਥੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ, ਇੱਧਰ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ। ਜਿੱਥੇ ਵੀ ਤੁਸੀਂ ਬੈਠੇ ਹੋ, ਤੁਹਾਡੇ ਪਿਆਰ ਨੂੰ ਨਮਸਕਾਰ। ਆਓ ਜੀ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਆਪਾਂ ਫਿਰ ਜੇ ਗੁਰੂ ਪਿਤਾ ਜੀ ਨੇ ਚਾਹਿਆ, ਮਿਹਰ ਕੀਤੀ ਤੇ ਇੱਕ ਮੈਂ ਜ਼ਿਕਰ ਹੋਰ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਕਿਸੇ ਦਾ ਹੱਕ ਨਹੀਂ ਮਾਰਨਾ, ਵੰਡ ਛਕਣਾ। ਗੁਰ ਕੋ ਬੱਲੇ ਬੱਲੇ ਜਾਈਏ, ਐਸੇ ਗੁਰ ਕੋ ਬੱਲੇ ਬੱਲੇ ਜਾਈਏ। ਬੋਲੋ ਗੁਰ ਕਾ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ।
गुर को बल बल जाए ऐसे गुर को बल बल जाए। गुरु रामदास जी, धन गुरु रामदास जी, धन श्री गुरु गोबिंद सिंह जी, धन श्री गुरु गोबिंद सिंह जी, धन बाबा दीप सिंह जी, धन बाबा दीप सिंह जी। जी गुर को पल पल जाइए ऐसे गुर को पल पल जाइए। गुर को बल बल जाए ऐसे गुर को बल बल जाए। वाहिगुरु 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 गुर को बल बल जाइए ऐसे गुर को बल बल जाइए। गुर को बल बल जाए ऐसे गुरु को बल बल जाए। बोले सोनिहाल श्री अकाल। धन गुरु रामदास जी, धन गुरु रामदास जी। प्यार न लखो ने जी धन बाबा दीप सिंह जी, फिर आखो धन बाबा दीप सिंह जी। ਵੰਡ ਛਕਣਾ ਇਹ ਖਾਲਸੇ ਦਾ ਵੱਡਾ ਗੁਣ ਹੈ ਤੇ ਵੰਡ ਛਕਣਾ ਤੁਸੀਂ ਸੁਣੀ ਲਿਆ ਕੱਲਾ ਇਹ ਨਹੀਂ ਕਿ ਲੰਗਰ ਲਾਉਣੇ ਉਹ ਵੰਡ ਛਕਣਾ ਉਹ ਵੀ ਵੰਡ ਛਕਣਾ ਹੈ, ਗੁਣ ਵੰਡਣੇ ਉਹ ਵੀ ਵੰਡ ਛਕਣਾ ਹੈ, ਕਿਸੇ ਦਾ ਹੱਕ ਨਾ ਮਾਰਨਾ ਉਹ ਵੀ ਵੰਡ ਛਕਣਾ। ਇੱਕ ਗੱਲ ਸੁਣ ਲਓ ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਣਾ ਹੈ। ਤੁਸੀਂ ਨਾਮ ਸੁਣਿਆ ਹੋਵੇਗਾ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ। ਸੁਣਨ ਵਾਲੀ ਗੱਲ ਜੇ ਇਕਾਗਰਤਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਵੀ ਇਹਨਾਂ ਨੇ ਤਿਲਕ ਦਿੱਤਾ ਹੈ। ਬਾਬਾ ਸਾਹਿਬ ਸਿੰਘ ਜੀ ਨੇ ਫਰਖਸ਼ੀਅਰ ਬਾਦਸ਼ਾਹ, ਤੁਸੀਂ ਨਾਮ ਸੁਣਿਆ, ਸਿੱਖਾਂ ਦਾ ਬੜਾ ਵੱਡਾ ਦੁਸ਼ਮਣ ਸੀ। ਅੱਗੋਂ ਉਹਦੇ ਜਾਨ ਨਸ਼ੀਨਾਂ ਨੇ ਨਾ ਬਾਬਾ ਸਾਹਿਬ ਸਿੰਘ ਬੇਦੀ ਨੂੰ ਬਾਗੀ ਕਰਾਰ ਦੇ ਦਿੱਤਾ ਸੀ। ਬਾਗੀ ਤੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਬਹੁਤ ਸਾਰਾ ਸਮਾਂ ਕਾਨੂੰਵਾਨ ਦੇ ਜੰਗਲਾਂ ਦੇ ਵਿੱਚ ਛੁਪ ਕੇ ਬਤੀਤ ਕੀਤਾ। ਹੁਣ ਕਾਨੂੰਵਾਨ ਦੇ ਜੰਗਲਾਂ ਦੇ ਵਿੱਚ ਇੱਕ ਮੁਸਲਮਾਨ ਦੀਨ ਮੁਹੰਮਦ, ਉਹ ਕਹਿੰਦਾ ਮੈਂ ਜੰਗਲਾਂ ਦੇ ਵਿੱਚ ਪੂਰੀ ਛਾਣਬੀਣ ਕਰਕੇ ਨਾ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਫੜਨਾ ਹੈ ਤੇ ਹਕੂਮਤ ਦੇ ਕੋਲ ਫੜਾਉਣਾ ਹੈ ਤੇ ਵੱਡਾ ਇਨਾਮ ਲੈਣਾ ਹੈ। ਹੁਣ ਗੱਲ ਸੁਣਨ ਵਾਲੀ ਜੀ। ਬੜੇ ਦਿਨ ਇਹਨੇ ਛਾਣਬੀਣ ਕੀਤੀ, ਬੜੀ ਹਿੰਮਤ ਕੀਤੀ ਤੇ ਇੱਕ ਦਿਨ ਨਾ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਦੂਰੋਂ ਵੇਖ ਲਿਆ। ਉਹਨਾਂ ਦਾ ਨਾ ਪਿੱਛਾ ਕਰਨਾ ਸ਼ੁਰੂ ਕਰਤਾ। ਤਲਵਾਰ ਹੱਥ 'ਚ ਫੜੀ ਹੈ, ਪਿੱਛੇ ਪਿੱਛੇ ਤੁਰਦਾ ਤੇ ਕੀ ਵੇਖਦਾ ਅਚਾਨਕ ਕਿ ਬਾਬਾ ਸਾਹਿਬ ਸਿੰਘ ਜੀ ਬੇਦੀ ਪਾਣੀ ਦੇ ਵਿੱਚ, ਅੱਗੇ ਛੋਟਾ ਜਿਹਾ ਤਲਾਅ ਹੈ ਤੇ ਪਾਣੀ ਦੇ ਵਿੱਚ ਇੱਕ ਬਿੱਛੂ ਡੁੱਬਦਾ ਹੈ ਤੇ ਆਪਣੇ ਹੱਥਾਂ ਦੇ ਨਾਲ ਉਸ ਜ਼ਰੀਲੇ ਬਿੱਛੂ ਨੂੰ ਬਾਹਰ ਕੱਢ ਰਹੇ ਨੇ।
ਹੁਣ ਜਦੋਂ ਜ਼ਰੀਲੇ ਬਿੱਛੂ ਨੂੰ ਬਾਹਰ ਕੱਢਦੇ ਹੱਥ ਦੇ ਨਾਲ ਫੜਦੇ ਨੇ, ਉਹ ਡੰਗ ਮਾਰਦਾ, ਹੱਥ ਕੰਬਦਾ, ਫਿਰ ਡਿੱਗ ਪੈਂਦਾ। 2-3 ਵਾਰੀ ਇਦਾਂ ਕੀਤਾ ਤੇ ਇਹ ਦੀਨ ਮੁਹੰਮਦ ਪਤਾ ਕੀ ਕਹਿੰਦਾ, ਪ੍ਰਭਾਵਿਤ ਹੋ ਰਿਹਾ। ਤਲਵਾਰ ਜਿਹੜੀ ਨਾ ਅੰਦਰ ਪਾ ਲਈ ਤੇ ਆ ਕੇ ਪਤਾ ਕੀ ਕਹਿੰਦਾ, ਅੱਗੇ ਇਹ ਨਹੀਂ ਕਿ ਮੈਂ ਤੁਹਾਨੂੰ ਫੜਨ ਆਇਆ, ਪਹਿਲੇ ਕਹਿੰਦਾ ਬਜ਼ੁਰਗੋ ਇੱਕ ਗੱਲ ਦੀ ਸਮਝ ਨਹੀਂ ਆ ਰਹੀ, ਇਹ ਤੁਹਾਨੂੰ ਡੰਗ ਮਾਰਦਾ, ਤੁਸੀਂ ਫਿਰ ਇਹਨੂੰ ਬਚਾਉਂਦੇ ਹੋ, ਇਹ ਡੰਗ ਮਾਰਦਾ ਫਿਰ ਬਚਾਉਂਦੇ ਕਾਰਨ। ਤੇ ਬਾਬਾ ਸਾਹਿਬ ਸਿੰਘ ਬੇਦੀ ਪਤਾ ਕੀ ਕਹਿੰਦੇ, ਕਹਿੰਦੇ ਭਾਈ ਬਿੱਛੂ 10 ਡੰਗ ਕਿਉਂ ਮਾਰਦਾ? ਕਹਿੰਦਾ ਜੀ ਉਹਦਾ ਸੁਭਾਅ ਹੀ ਡੰਗ ਮਾਰਨਾ, ਉਹਦਾ ਸੁਭਾਅ ਹੀ ਡੰਗ ਮਾਰਨਾ, ਤਾਂ ਉਹ ਡੰਗ ਮਾਰਦਾ। ਤੇ ਉਸ ਵੇਲੇ ਮਹਾਂਪੁਰਖ ਹੱਸ ਪਏ, ਕਹਿੰਦੇ ਜੇ ਇੱਕ ਜ਼ਰੀਲਾ ਬਿੱਛੂ ਆਪਣਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡ ਸਕਦਾ ਤੇ ਮੈਂ ਇਹਨੂੰ ਬਚਾਉਣ ਵਾਲਾ ਸੁਭਾਅ ਕਿਵੇਂ ਛੱਡਦੇ ਆ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਆਪਣਾ ਬਚਾਉਣ ਵਾਲਾ ਪਰਉਪਕਾਰੀ ਸੁਭਾਅ ਕਿਵੇਂ ਛੱਡਦੇ ਆ? ਇਹ ਬੜਾ ਪ੍ਰਭਾਵਿਤ ਹੋਇਆ। ਉਸ ਵੇਲੇ ਪਤਾ ਕੀ ਕਹਿੰਦਾ, ਕਹਿੰਦਾ ਜੀ ਮੈਂ ਤੁਹਾਨੂੰ ਫੜਨ ਵਾਸਤੇ ਆਇਆ, ਸਾਰੀ ਗੱਲ ਸੱਚ ਦੱਸਦੀ, ਮੈਂ ਤੁਹਾਨੂੰ ਫੜਨ ਵਾਸਤੇ ਆਇਆ ਤੇ ਤੁਹਾਨੂੰ ਫੜ ਕੇ ਮੈਂ ਸਰਕਾਰ ਦੇ ਕੋਲੋਂ ਨਾ ਵੱਡਾ ਇਨਾਮ ਲੈਣਾ, ਤੁਸੀਂ ਚੱਲੋ ਮੇਰੇ ਨਾਲ। ਤੇ ਬਾਬਾ ਸਾਹਿਬ ਸਿੰਘ ਬੇਦੀ ਹੱਸ ਪਏ ਤੇ ਹੱਸ ਕੇ ਪਤਾ ਕੀ ਕਹਿੰਦੇ, ਕਹਿਣ ਲੱਗੇ ਪਿਆਰਿਆ ਇਹ ਤੇ ਰੱਬ ਹੀ ਜਾਣਦਾ ਕਿਹੜੀ ਸਰਕਾਰ ਦੇ ਕੋਲ ਕਿੰਨੇ ਕਿਹਨੂੰ ਪੇਸ਼ ਕਰਨਾ, ਤੂੰ ਸਾਨੂੰ ਸਰਕਾਰ ਪਰ ਫੜਾਉਣਾ ਜਾਂ ਕਿਹੜੀ ਸਰਕਾਰ ਨੇ ਕਿਹੜੀ ਸਰਕਾਰ ਦੇ ਅੱਗੇ ਕਿੰਨੇ ਕਿਹਨੂੰ ਪੇਸ਼ ਕਰਨਾ, ਇਹ ਤੇ ਰੱਬ ਹੀ ਜਾਣਦਾ ਸਾਡਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮਹਾਂਪੁਰਸ਼ਾਂ ਨੂੰ ਲੈ ਕੇ ਜਾ ਰਿਹਾ, ਤੁਹਾਨੂੰ ਫੜਾਉਣਾ, ਰਾਤ ਪੈ ਗਈ ਤੇ ਮਹਾਂਪੁਰਸ਼ ਕਹਿੰਦੇ ਭਾਈ ਰਾਤ ਪੈ ਗਈ ਏ, ਇਹ ਅਸੀਂ ਕਾਨੂੰ ਮਾਨ ਦੇ ਜੰਗਲਾਂ ਦੇ ਵਿੱਚ ਹੀ ਨਾ ਇੱਕ ਨਿੱਕੀ ਜੀ ਝੁੱਗੀ ਬਣਾਈ ਏ, ਕੁਝ ਸਮਾਂ ਉੱਥੇ ਆਰਾਮ ਕਰ ਲੈਣੇ, ਸਵੇਰੇ ਲੈ ਜੀ ਜਿੱਥੇ ਲੈ ਕੇ ਜਾਣਾ ਸਾਨੂੰ, ਅਸੀਂ ਭੱਜਣ ਵਾਲੇ ਨਹੀਂ, ਤੇਰੇ ਨਾਲ ਬਚਨ ਕਰਦੇ ਆ, ਜਿੱਥੇ ਲੈ ਕੇ ਜਾਣਾ ਲੈ ਜੀ, ਪਰ ਹੁਣ ਕੁਝ ਸਮਾਂ ਆਰਾਮ ਕਰ ਲੈ। ਮਹਾਂਪੁਰਸ਼ਾਂ ਨੇ ਜੰਗਲ ਦੇ ਵਿੱਚ ਇੱਕ ਝੌਂਪੜੀ ਬਣਾਈ ਸੀ ਤੇ ਉਸ ਕੁਟੀਆ ਦੇ ਵਿੱਚ ਨਾ ਇੱਕ ਗੂੰਗੀ ਲੜਕੀ ਸੀ। ਮਹਾਂਪੁਰਸ਼ਾਂ ਨੇ ਬਚਪਨ ਤੋਂ ਹੀ ਉਸ ਬੱਚੀ ਨੂੰ ਆਪਣੀਆਂ ਧੀਆਂ ਵਾਂਗੂ ਪਾਲਿਆ ਸੀ। ਗੱਲ ਸੁਣਨ ਵਾਲੀ ਜੀ। ਹੁਣ ਜਦੋਂ ਮਹਾਂਪੁਰਖ ਪਹੁੰਚੇ ਦੀਨ ਮੁਹੰਮਦ ਦੇ ਨਾਲ, ਉਸ ਬੱਚੀ ਨੇ ਸਤਿਕਾਰ ਕੀਤਾ, ਬੜਾ ਸਵਾਗਤ ਕੀਤਾ। ਉਸ ਵੇਲੇ ਸਾਖੀ 'ਚ ਲਿਖਿਆ ਬੱਚੀ ਦੇ ਕੋਲ ਨਾ 4 ਰੋਟੀਆਂ ਸੀ, 4 ਨਾਲ ਸੀ ਅਚਾਰ। ਦੀਨ ਮੁਹੰਮਦ ਨੂੰ ਨਹੀਂ ਪਤਾ ਕਿ ਕੱਲੀਆਂ 4 ਰੋਟੀਆਂ ਨੇ, ਭੁੱਖ ਲੱਗੀ ਬੜੀ ਜ਼ੋਰਾਂ ਦੇ ਉੱਤੇ ਤੇ ਬਾਬਾ ਸਾਹਿਬ ਸਿੰਘ ਬੇਦੀ ਪਤਾ ਕੀ ਕਹਿੰਦੇ, 2 ਰੋਟੀਆਂ ਥਾਲੀ ਵਿੱਚ ਪਾ ਕੇ ਅੰਬ ਦਾ ਅਚਾਰ ਦੀਨ ਮੁਹੰਮਦ ਮੁਸਲਮਾਨ ਦੇ ਅੱਗੇ ਰੱਖਿਆ, ਇੱਕ ਆਪਣੇ ਅੱਗੇ ਤੇ ਇੱਕ ਗੂੰਗੀ ਬੱਚੀ ਦੇ ਅੱਗੇ ਉਹ ਰੋਟੀ ਦਾ ਥਾਲ ਰੱਖਦਾ, ਰੋਟੀ ਪਾ ਕੇ ਨਾ ਥਾਲ ਦੇ ਵਿੱਚ 2 ਰੋਟੀਆਂ ਉਹਨੂੰ ਨਾਲ ਅਚਾਰ, ਇੱਕ ਰੋਟੀ ਆਪ ਰੱਖ ਲਈ। ਤੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਨਾ ਦੀਵਾ ਜਗਦਾ ਸੀ, ਮਹਾਂਪੁਰਸ਼ ਕਹਿੰਦੇ ਦੀਵਾ ਬੰਦ ਕਰ ਦਿਓ, ਮੌਸਮ ਇਹੋ ਜਿਹਾ ਭਮੱਕੜ ਬੜੇ ਆ ਰਹੇ ਤੇ ਰੋਟੀ ਖਾਧੀ ਨਹੀਂ ਜਾਣੀ, ਇਹ ਦੀਵਾ ਬੰਦ ਕਰ ਦਿਓ। ਜਦੋਂ ਦੀਵਾ ਕੀਤਾ ਨਾ ਬੰਦ, ਚੰਨ ਦੀ ਚਾਨਣੀ ਦੇ ਵਿੱਚ ਰੋਟੀ ਖਾਣੀ ਸ਼ੁਰੂ ਕੀਤੀ। ਉਹ ਪ੍ਰਸ਼ਾਦਾ ਛਕ ਰਿਹਾ ਦੀਨ ਮੁਹੰਮਦ ਤੇ ਮਹਾਂਪੁਰਖਾਂ ਨੇ ਪਤਾ ਕੀ ਕੀਤਾ, ਆਪਣੀ ਥਾਲੀ ਚੋਂ ਵੀ ਰੋਟੀ ਕੱਢ ਕੇ ਨਾ ਉਹਦੀ ਥਾਲੀ 'ਚ ਰੱਖਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਪ ਨਾ ਬਸ ਮੂੰਹ ਮਾਰੀ ਜਾ ਰਹੀ, ਮੈਂ ਵੀ ਪ੍ਰਸ਼ਾਦਾ ਛਕ ਰਿਹਾ। ਹੁਣ ਬੱਚੀ ਨੂੰ ਵੀ ਸਮਤ ਦਿੱਤੀ ਸੀ, ਉਹ ਬੱਚੀ ਨੇ ਵੀ ਕੀਤਾ ਕਿ ਆਪਣੇ ਥਾਲ 'ਚੋਂ ਨਾ ਰੋਟੀ ਕੱਢ ਕੇ ਉਹ ਵੀ ਦੀਨ ਮੁਹੰਮਦ ਦੀ ਥਾਲੀ 'ਚ ਰੱਖਤੀ। ਹੁਣ ਇਹਨੂੰ ਨਹੀਂ ਪਤਾ ਦੀਨ ਮੁਹੰਮਦ ਨੂੰ, ਇਹਨੂੰ ਭੁੱਖ ਲੱਗੀ ਸੀ, ਇਹਨੇ 4 ਪ੍ਰਸ਼ਾਦੇ ਛਕੇ ਤੇ ਪਿਆਰਿਓ ਇਹ ਸਮਝਦਾ ਕਿ ਅਸੀਂ ਤਿੰਨਾਂ ਨੇ ਪ੍ਰਸ਼ਾਦਾ ਛਕ ਲਿਆ, ਪਰ ਪ੍ਰਸ਼ਾਦੇ 4 ਹੀ ਸੀ। ਰਾਤੀ ਜਦੋਂ ਸੁੱਤੇ ਉਸ ਵੇਲੇ ਦੀਨ ਮੁਹੰਮਦ ਮੁਸਲਮਾਨ ਨੂੰ ਸੁਪਨਾ ਪਤਾ ਕੀ ਆਇਆ, ਸੁਪਨੇ ਵਿੱਚ ਵੇਖਦਾ 4 ਰੋਟੀਆਂ ਨੇ। ਹੁਣ ਮਹਾਂਪੁਰਖਾਂ ਨੇ ਕਲਾ ਵਰਤਾਤੀ ਨਾ, 4 ਰੋਟੀਆਂ ਨੇ, 2 ਮੇਰੇ ਅੱਗੇ ਪਹਿਲੇ ਰੱਖੀਆਂ, ਦੀਵਾ ਬੰਦ ਕਰਵਾਇਆ, ਉਹ ਸਾਰੀ ਫਿਲਮ ਉਦਾਂ ਹੀ ਚੱਲ ਪਈ। ਆਪਣੇ ਵਾਲੀ ਰੋਟੀ ਵੀ ਮੇਰੀ ਥਾਲੀ 'ਚ ਰੱਖਤੀ, ਬੱਚੀ ਵਾਲੀ ਰੋਟੀ ਵੀ ਮੇਰੀ ਥਾਲੀ 'ਚ ਰੱਖ ਦਿੱਤੀ। ਇਹ ਜਦੋਂ ਸਾਰੀ ਚੀਜ਼ ਸੁਪਨੇ 'ਚ ਵੇਖੀ ਨਾ, ਤੇ ਸਵੇਰੇ ਉੱਠ ਕੇ ਨਾ ਮਹਾਂਪੁਰਖਾਂ ਦੇ ਚਰਨਾਂ ਤੇ ਢਹਿ ਪਿਆ ਤੇ ਕਹਿੰਦਾ ਮੈਨੂੰ ਆਗਿਆ ਦੇ ਦੇ, ਮੈਂ ਚੱਲਿਆ, ਮੈਨੂੰ ਆਗਿਆ ਦਿਓ। ਤੇ ਮਹਾਂਪੁਰਖ ਕਹਿੰਦੇ ਤੂੰ ਤੇ ਸਾਨੂੰ ਸਰਕਾਰ ਕੋਲ ਪੇਸ਼ ਕਰਨਾ ਸੀ, ਤੂੰ ਤੇ ਸਾਨੂੰ ਫੜ ਕੇ ਲੈ ਜਾਣਾ ਸੀ। ਤੇ ਉਸ ਵੇਲੇ ਪਤਾ ਕੀ ਕਹਿੰਦਾ ਮਹਾਂਪੁਰਖੋ, ਮੈਂ ਹੀ ਨਹੀਂ, ਦੁਨੀਆ ਦੀ ਕੋਈ ਵੀ
ਤਾਕਤ ਤੁਹਾਨੂੰ ਮਾਰ ਨਹੀਂ ਸਕਦੀ, ਸਰਕਾਰ ਕੋਲ ਫੜਾ ਨਹੀਂ ਸਕਦੀ, ਕਿਉਂਕਿ ਤੁਹਾਡੇ ਕੋਲ ਤੁਹਾਡੇ ਵੱਲੋਂ, ਤੁਹਾਡੇ ਗੁਰੂ ਵੱਲੋਂ ਬਖਸ਼ਿਆ ਹੋਇਆ ਵੱਡਾ ਗੁਣ ਹੈ ਵੰਡ ਛਕਣ ਵਾਲਾ। ਸਤਿ ਸ੍ਰੀ ਅਕਾਲ। ਦੁਨੀਆ ਦੀ ਕੋਈ ਤਾਕਤ ਵੀ ਤੁਹਾਨੂੰ ਫੜ ਨਹੀਂ ਸਕਦੀ, ਕੋਈ ਤਾਕਤ ਨਹੀਂ ਮਾਰ ਸਕਦੀ, ਕਿਉਂਕਿ ਤੁਹਾਡੇ ਗੁਰੂ ਨੇ ਜਿਹੜਾ ਤੁਹਾਨੂੰ ਵੰਡ ਛਕਣ ਵਾਲਾ ਗੁਣ ਦਿੱਤਾ ਹੈ ਨਾ, ਇਸ ਗੁਣ ਦੇ ਅੱਗੇ ਸਾਰੀਆਂ ਤਾਕਤਾਂ ਛੋਟੀਆਂ ਪੈ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਖਾਲਸੇ ਦਾ ਵੱਡਾ ਗੁਣ ਹੈ ਵੰਡ ਛਕਣ ਵਾਲਾ। ਅੱਜ ਇਹ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ, ਇਹ ਗੁਣ ਆਪੋ ਆਪਣੇ ਘਰਾਂ 'ਚ ਜ਼ਰੂਰ ਲੈ ਕੇ ਜਾਇਓ। ਕੋਈ ਵੀ ਗੁਣ ਗੁਰੂ ਨੇ ਦਿੱਤਾ ਉਹਨੂੰ ਵੰਡੋ, ਕੋਈ ਵੀ ਗੁਣ। ਚੰਗੇ ਟੀਚਰ ਹੋ ਜੀ, ਜੇ ਟੀਚਰ ਚੰਗੇ ਹੋ ਤੇ ਫਿਰ ਜੇ ਕੋਈ ਮਹੱਲੇ ਦੇ ਵਿੱਚ ਬੱਚੇ ਨਲਾਇਕ ਨੇ ਜਾਂ ਪੜ੍ਹਾਈ ਪੱਖੋਂ ਅਸਮਰਥ ਨੇ, ਨਹੀਂ ਪੜ੍ਹ ਸਕਦੇ, ਮਹਿੰਗੀਆਂ ਟਿਊਸ਼ਨਾਂ ਨਹੀਂ ਭਰ ਸਕਦੇ ਫੀਸਾਂ, ਉਹ 2-4 ਬੱਚੇ ਮਹੱਲੇ ਦੇ ਇਕੱਠੇ ਕਰਕੇ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿਓ, ਵੰਡ ਛਕੋ ਜੀ। ਕੋਈ ਵੀ ਗੁਣ ਹੈ ਤੁਹਾਡੇ ਕੋਲ, ਡਾਕਟਰ ਹੋ ਉਹ ਗਰੀਬਾਂ ਦਾ ਇਲਾਜ ਫ੍ਰੀ ਕਰਨਾ ਸ਼ੁਰੂ ਕਰ ਦਿਓ, ਵੰਡ ਛਕੋ। ਇੰਜੀਨੀਅਰ ਹੋ ਧਾਰਮਿਕ ਸਥਾਨਾਂ ਦੇ ਨਕਸ਼ੇ ਫ੍ਰੀ ਬਣਾਉਣੇ ਸ਼ੁਰੂ ਕਰ ਦਿਓ, ਵੰਡ ਛਕੋ। ਕੋਈ ਵੀ ਗੁਣ ਹੈ ਤੁਹਾਡੇ ਕੋਲ, ਅੱਗੋਂ ਅਸੀਂ ਵੰਡ ਛਕਣਾ। ਗੁਰੂ ਮਿਹਰ ਕਰੇ। ਕੋਟਾਨਕੋਟ ਸ਼ੁਕਰਾਨਾ ਮੈਂ ਕਰ ਰਿਹਾ ਗੁਰੂ ਰਾਮਦਾਸ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਸਮੂਹ ਮਹਾਂਪੁਰਖਾਂ ਦਾ, ਸਾਰੀਆਂ ਰੱਬ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ, ਅਸੀਸਾਂ ਦਿੱਤੀਆਂ, ਸਾਰੀ ਸੇਵਾ ਲਈ। ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਐਡਾ ਸੋਹਣਾ ਉਦੋਂ ਉਪਰਾਲਾ ਕੀਤਾ। ਗੁਰੂ ਰਾਮਦਾਸ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਬਾਕੀ ਕੀਰਤਨ ਕਰਦਿਆਂ ਜਿਹੜੀਆਂ ਭੁੱਲਾਂ ਹੋਈਆਂ ਬਖਸ਼ ਦੇਣੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਆਪਣੀਆਂ ਅੱਖਾਂ ਨਾਲ ਲਾ ਕੇ ਵੇਖਿਆ ਕਰੋ, ਆਪਣੀਆਂ ਅੱਖਾਂ ਨਾਲ। 3 ਤੋਂ 4 ਜਿਹੜੇ ਵੇਖਦੇ ਉਹਨਾਂ ਨੂੰ ਪਤਾ ਹੈ ਤੁਹਾਡੀ ਮਾਇਆ ਨਾਲ ਹੀ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਔਰ ਦੁਨਿਆਵੀ ਪੜ੍ਹਾਈ। ਇਸ ਤੋਂ ਇਲਾਵਾ ਉੱਥੇ ਹਸਪਤਾਲ ਚੱਲ ਰਿਹਾ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ। ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ, ਅਲਟਰਾਸਾਊਂਡ ਵੀ, ਐਕਸ-ਰੇ ਵੀ, ਖੂਨ ਦੀ ਜਾਂਚ ਵੀ, ਨਾਲ ਪਿਆਰਿਓ ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਲਾਗਤ ਮੁੱਲ ਨਾਲ, ਕਿਤੇ ਕੋਈ ਪ੍ਰੋਫਿਟ ਨਹੀਂ ਰੱਖਿਆ। ਇਸ ਤੋਂ ਇਲਾਵਾ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਚਲਦੀ ਫਿਰਦੀ ਰਸੋਈ ਬਣਾਈ ਗੁਰੂ ਬਾਬਾ ਨਾਨਕ ਜੀ ਦੀ, ਜਿੱਥੇ ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਉਸ ਰਸੋਈ ਰਾਹੀਂ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਇਦਾਂ ਨਹੀਂ ਕਰਨਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ, ਪਰ ਜਿਨ੍ਹਾਂ ਨੇ ਘਰੋਂ ਕੱਢ ਦਿੱਤਾ ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਪਹੁੰਚਾਇਆ ਜਾਂਦਾ। ਇਹ ਵੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, 3 ਸਾਲਾਂ ਦਾ ਲੜਕਿਆਂ ਦਾ ਗੁਰਮਤਿ ਦਾ ਕੋਰਸ, ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਸਭ ਕੁਝ। ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਤੇ ਨਾਲ ਹੀ ਦੂਜਾ ਯੂਨਿਟ ਜਿੱਥੇ ਜੀ ਦਿਆ ਪ੍ਰਮਾਣ ਪਾਰਕ ਬਣਦੇ ਆ ਕੇ ਕਿਸੇ ਵੀ ਦਿਨ ਵੇਖੋ ਆਪਣੀਆਂ ਅੱਖਾਂ ਨਾਲ, ਤੁਹਾਨੂੰ ਤਸੱਲੀ ਮਿਲੇਗੀ ਸਾਡੀ ਮਾਇਆ ਸਹੀ ਟਿਕਾਣੇ ਜਾ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਨਾਲ ਪਿਆਰਿਓ ਸਰਾਂ ਬਣ ਰਹੀ। ਵੱਡਾ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਵੱਡਾ ਹਾਲ ਬਣ ਰਿਹਾ। ਇਹ ਜੋ ਜੋ ਕਿਣਕਾ ਦਿੱਤਾ ਜਾਂ ਦਿੰਦੇ ਹੋ, ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਅਸੀਸ ਦੇਣਾ ਮੇਰੀ ਨਿਭਜੇ ਪਿਆਰੇ ਨਾਲ ਸਾਰੀ ਜ਼ਿੰਦਗੀ। ਇਹ ਜੋ ਸਾਨੂੰ ਵਿਚੋਲਗੀ ਦਾ ਕੰਮ ਦਿੱਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ, ਇਹ ਅਸੀਂ ਸਹੀ ਢੰਗ ਨਾਲ ਨਿਭਾ ਸਕੀਏ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਆਓ ਅਸੀਸ ਬਖਸ਼ਦੇ ਹੋਏ ਸਾਰੇ ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ
ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ।
ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ, ਆਈ ਸੀ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ